1269 ਨੰਬਰ ਫੋਨ ਨੰਬਰ ਯਾਦ ਕਰ ਲਿਓ। ਉਹ ਵੀ ਇਸ ਤਰ੍ਹਾਂ ਕਿ ਜੇ ਬੰਦੇ ਦਾ ਨਾਮ ਲਾਓ ਤੇ ਮੈਂ ਫੋਨ ਨੰਬਰ ਦੱਸ ਦਿਆਂ, ਤੇ ਜੇ ਫੋਨ ਨੰਬਰ ਦਾ ਦੱਸੋਗੇ ਤੇ ਪਰਸਨ ਦਾ ਨਾਮ ਦੱਸ ਸਕਦਾ। KBC ਨੂੰ ਚੈਲੰਜ ਕੀਤਾ ਸੀਗਾ, ਮੇਰੇ ਨਿਊਜ਼ਪੇਪਰ 'ਚ ਵੀ ਆਇਆ ਸੀਗਾ ਕਿ ਜਾਂ ਤਾਂ ਮੈਂ ਪੂਰੇ ਪੈਸੇ ਲੈ ਕੇ ਜਾਵਾਂਗਾ ਜਾਂ ਕੋਈ ਪੈਸਾ ਨਹੀਂ ਲੈ ਕੇ ਜਾਵਾਂਗਾ। हाइड्रोजन 1.00794, हीलियम 4.00260, लिथियम 6.941, बेरिलियम 9.012182, बोरॉन 10.811, कार्बन 12.0107, नाइट्रोजन 14.0067। के डेटा ਨੂੰ ਯਾਦ ਕਰਨ ਲਈ, ਆਪਣੀ ਮੈਮਰੀ ਨੂੰ ਵਧਾਉਣ ਦੇ ਲਈ 3 ਅਲੱਗ-ਅਲੱਗ ਤਰੀਕੇ ਹੈ। ਮੇਰਾ ਜਿਹੜਾ ਰਿਕਾਰਡ ਹੈ ਉਹ ਸਭ ਤੋਂ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਸੀਗਾ। ਉਹ ਫਰੀਦਾਬਾਦ ਦੇ ਵਿੱਚ ਇੱਕ ਆਡੀਟੋਰੀਅਮ 'ਚ ਬਣਿਆ ਸੀਗਾ, ਜਿੱਥੇ ਕਿ 1200 ਦੀ ਸਟਰੈਂਥ ਸੀਗੀ। ਮੈਂ ਕੰਟਰੀਜ਼ ਐਂਡ ਕੈਪੀਟਲਸ ਦਾ ਨਾਮ ਜਿਹੜਾ ਸੀਗਾ 1 ਮਿੰਟ ਦੇ ਵਿੱਚ 95 ਕੰਟਰੀਜ਼ ਤੇ ਕੈਪੀਟਲ ਦਾ ਨਾਮ ਰਿਕਾਲ ਕੀਤਾ। पेरिस, अर्जेंटीना, ब्यूनस आयर्स, वेनेजुएला, कैराकस, इंडिया, न्यू दिल्ली, फिलीपींस, मनीला, यूके, लंदन, यूक्रेन, काइरो, लिमा, USA, वाशिंगटन, इथियोपिया, एडिस अबाबा, इटली, रोम, युगांडा, कंपाला, मलेशिया, क्वालालंपुर, इंडोनेशिया, जकार्ता, वियतनाम, हनोई, साउथ अफ्रीका, केपटाउन, सूडान। ਅੱਜ ਤੁਹਾਨੂੰ ਅਜਿਹੇ ਇਨਸਾਨ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਦਿਮਾਗ ਨੂੰ ਅਜਿਹਾ ਸ਼ਾਰਪ ਕੀਤਾ ਹੈ ਕਿ ਉਹ 1 ਸਾਲ ਦਾ ਡਾਟਾ 1 ਮਿੰਟ ਦੇ ਵਿੱਚ ਤੁਹਾਨੂੰ ਤੁਹਾਡੇ ਸਾਹਮਣੇ ਰੱਖ ਕੇ ਦਿਖਾ ਦੇਣਗੇ। ਅਜਿਹੇ ਵਿਅਕਤੀ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਕਈ ਸ਼ਬਦਾਂ ਨੂੰ ਕਾਫੀ ਹੀ ਘੱਟ ਸਮੇਂ ਦੇ ਵਿੱਚ ਜਿਹੜਾ ਹੈ ਉਹ ਰਿਕਾਲ ਕਰਕੇ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਬਣੇ ਨੇ। ਕਹਿੰਦੇ ਨੇ ਇਨਸਾਨੀ ਦਿਮਾਗ ਇੱਕ ਅਜਿਹੀ ਜਾਦੂਈ ਸ਼ਕਤੀ ਹੈ ਜਿਸ ਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਦੀ ਮੈਮਰੀ ਨੂੰ ਛੋਟੇ ਤੋਂ ਛੋਟੇ ਸਮੇਂ ਲਈ ਅਤੇ ਲੰਬੇ ਤੋਂ ਲੰਬੇ ਸਮੇਂ ਲਈ ਕੋਈ ਵੀ ਚੀਜ਼ ਯਾਦ ਜਾਂ ਉਸਨੂੰ ਡਿਲੀਟ ਕਰ ਸਕਦੇ ਹੋ। ਇਨਸਾਨੀ ਦਿਮਾਗ ਇੱਕ ਅਜਿਹੀ ਮਸ਼ੀਨ ਹੈ ਜਿਸ ਦੇ ਵਿੱਚ ਤੁਸੀਂ ਕਈ ਸਾਲ ਪਹਿਲਾਂ ਦੀਆਂ ਮੈਮਰੀਜ਼ ਅਤੇ ਕਈ ਸਾਲ ਹੁਣ ਦੀਆਂ ਮੈਮਰੀਜ਼ ਤੁਸੀਂ ਜਿਹੜਾ ਹੈ ਉਹ ਰਿਕਵਰ ਕਰ ਸਕਦੇ ਹੋ, ਉਸਨੂੰ ਯਾਦ ਕਰ ਸਕਦੇ ਹੋ, ਉਸਨੂੰ ਤੁਸੀਂ ਦੁਬਾਰਾ ਤੋਂ ਮੁੜ ਡਿਲੀਟ ਕਰ ਸਕਦੇ ਹੋ। ਇਸ ਚੀਜ਼ ਨੂੰ ਸਾਬਿਤ ਕਈ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ 1 ਸਾਲ ਪਹਿਲਾਂ ਦੀ ਚੀਜ਼ ਨੂੰ ਜਿਵੇਂ ਸੀਗਾ ਉਹ ਅਸੀਂ ਤੁਹਾਨੂੰ ਬਿਲਕੁਲ ਦੱਸ ਸਕਦੇ ਹਾਂ, 2 ਦਿਨ ਪਹਿਲਾਂ ਦੀ ਜਿਹੜੀ ਚੀਜ਼ਾਂ ਨੇ ਉਹ ਤੁਹਾਨੂੰ ਦੱਸ ਸਕਦੇ ਹਾਂ, ਪਰ ਹਾਲੇ ਤੱਕ ਕਿਸੇ ਵੱਲੋਂ ਜਿਹੜਾ ਇਸ ਨੂੰ ਪ੍ਰੂਫ ਨਹੀਂ ਕੀਤਾ ਗਿਆ। ਅੱਜ ਸਾਡੇ ਨਾਲ ਜੋ ਵਿਅਕਤੀ ਨੇ ਉਹਨਾਂ ਨੇ ਕਈ ਚੀਜ਼ਾਂ ਨੂੰ ਜਿਹੜਾ ਹੈ ਉਹ ਪ੍ਰੂਫ ਕਰਕੇ ਦਿਖਾਇਆ ਹੈ। ਦਿਮਾਗ ਕਾਫੀ ਸ਼ਾਰਪ ਹੈ। ਇਹਨਾਂ ਨੇ ਉਹ ਚੀਜ਼ ਸਾਬਿਤ ਕਰ ਦਿੱਤੀ ਹੈ ਕਿ ਦਿਮਾਗ ਨੂੰ ਇਸਤੇਮਾਲ ਕਰਕੇ ਅਸੀਂ ਮਾਈਂਡ ਨੂੰ ਇਸਤੇਮਾਲ ਕਰਕੇ ਕਿਸੇ ਵੀ ਚੀਜ਼ ਨੂੰ ਕਾਫੀ ਸਮੇਂ ਲਈ ਯਾਦ ਕਰ ਸਕਦੇ ਹਾਂ। ਕਿਸੇ ਵੀ ਮੈਮਰੀ ਨੂੰ ਅਸੀਂ ਆਪਣੇ ਵਿੱਚੋਂ ਇਰੇਜ਼ ਜਾਂ ਫਿਰ ਉਸ ਨੂੰ ਲੌਂਗ ਟਰਮ ਸਮੇਂ ਦੇ ਲਈ ਜਿਹੜਾ ਹੈ ਉਹ ਆਪਣੇ ਤੱਕ ਲੁਕਾ ਕੇ ਰੱਖ ਸਕਦੇ ਹਾਂ। ਜਦੋਂ ਆਪਣਾ ਮਨ ਹੋਵੇ ਉਸਨੂੰ ਉਸ ਵਕਤ ਲਿਆ ਕੇ ਦਿਖਾ ਸਕਦੇ ਹਾਂ। ਸਾਡੇ ਨਾਲ ਕੁੰਵਰ ਰਾਜੀਵ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਉਹਨਾਂ ਤੋਂ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹ ਕੁਝ ਕਿਵੇਂ ਮੁਮਕਿਨ ਹੋਇਆ। ਹਾਲਾਂਕਿ ਇਹਨਾਂ ਨੇ ਸਾਰਾ ਕੁਝ ਜੋ ਕੀਤਾ ਹੈ ਇਸ ਦੇ ਬਾਵਜੂਦ ਇਹਨਾਂ ਨੂੰ ਕਈ ਵਰਲਡ ਰਿਕਾਰਡ ਜਿਹੜੇ ਨੇ ਇਹਨਾਂ ਨੇ ਬਣਾਏ ਨੇ, ਕਈ ਰਿਕਾਰਡ ਬਣਾਏ ਨੇ। ਰਿਕਾਰਡ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਰਾਜੂ ਜੀ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਜ਼ਰੂਰ ਦੱਸਿਓ ਕਿ ਕਿਵੇਂ ਪੋਸੀਬਲ ਹੋਇਆ ਤੁਸੀਂ ਕਈ ਸ਼ਬਦਾਂ ਨੂੰ ਕਈ ਸ਼ਾਰਟ ਟਰਮ ਦੇ ਵਿੱਚ ਬੋਲ ਦਿੰਦੇ ਹੋ। ਇਹ ਮੈਮਰੀ ਦੇ ਵਿੱਚ ਕਿਵੇਂ ਤੁਸੀਂ ਜਿਹੜਾ ਹੈ ਉਹ ਇੱਕ ਤਾਂ ਰੋਕ ਲੈਂਦੇ ਹੋ, ਉਸ ਤੋਂ ਬਾਅਦ ਇਸ ਚੀਜ਼ ਨੂੰ ਫਟਾਫਟ ਬੋਲ ਦਿੰਦੇ ਹੋ। ਇਹ ਚੀਜ਼ਾਂ ਕਿਵੇਂ ਪੋਸੀਬਲ ਹੋ ਰਹੀਆਂ ਨੇ? ਰਾਜੂ ਜੀ, ਇਸ ਤਰ੍ਹਾਂ ਕਿ ਡੇਟਾ ਨੂੰ ਯਾਦ ਕਰਨ ਲਈ, ਆਪਣੀ ਮੈਮਰੀ ਨੂੰ ਵਧਾਉਣ ਦੇ ਲਈ 3 ਅਲੱਗ-ਅਲੱਗ ਤਰੀਕੇ ਹੈ। ਇੱਕ ਤਰੀਕਾ ਹੈਗਾ ਕਿ ਜੇ ਅਸੀਂ ਆਪਣੀ ਕਨਸੈਂਟਰੇਸ਼ਨ ਨੂੰ ਇੰਪਰੂਵ ਕਰੀਏ। ਕਨਸੈਂਟਰੇਸ਼ਨ ਕੀ ਹੁੰਦੀ ਹੈ ਕਿ ਕਿਸੇ ਇੱਕ ਵਿਚਾਰ ਤੇ ਜਾਂ ਕਿਸੇ ਇੱਕ ਆਬਜੈਕਟ ਦੇ ਉੱਤੇ ਕਿੰਨੇ ਸਮੇਂ ਤੱਕ ਅਸੀਂ ਕੋਈ ਹੋਰ ਵਿਚਾਰ ਆਏ ਬਿਨਾਂ ਅਸੀਂ ਉਸ ਦੇ ਉੱਤੇ ਧਿਆਨ ਰੱਖ ਸਕੀਏ। ਇਹ ਹਰ ਧਰਮ ਦੇ ਵਿੱਚ ਇਸ ਦੇ ਬਾਰੇ ਕਿਹਾ ਜਾਂਦਾ, ਧਿਆਨ ਲਗਾਓ, ਧਿਆਨ ਲਗਾਓ। ਇਹਨੂੰ ਮੈਡੀਟੇਸ਼ਨ ਵੀ ਕਿਹਾ ਜਾਂਦਾ, ਇਹਨੂੰ ਕਨਸੈਂਟਰੇਸ਼ਨ ਵੀ ਕਿਹਾ ਜਾਂਦਾ। ਜਿੰਨੀ ਕੋਈ ਵੀ ਇਨਸਾਨ, ਮੈਂ ਇਹ ਕਹਿਣਾ ਕਿ ਜੇ ਕੋਈ ਬੱਚਾ ਬੜਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ ਤੇ ਇੱਕ ਬੱਚਾ ਜੀਨੀਅਸ ਹੈ, ਉਹਨਾਂ ਦੋਨਾਂ ਦੇ ਵਿੱਚ ਬਹੁਤਾ ਫਰਕ ਨਹੀਂ ਹੈਗਾ। ਉਹਨਾਂ ਦੇ ਵਿੱਚ ਫਰਕ ਜਿਹੜਾ ਹੈਗਾ ਉਹ ਕਨਸੈਂਟਰੇਸ਼ਨ ਦਾ ਹੈਗਾ ਕਿ ਜਿਹੜਾ ਇੰਟੈਲੀਜੈਂਟ ਬੱਚਾ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੀ ਕਨਸੈਂਟਰੇਸ਼ਨ ਲੈਵਲ ਬਹੁਤ ਹਾਈ ਹੈ, ਤੇ ਜਿਹੜਾ ਇੱਕ ਐਵਰੇਜ ਬੱਚਾ ਉਹਦੀ ਕਨਸੈਂਟਰੇਸ਼ਨ ਲੈਵਲ ਲੋ ਹੈ। ਤੇ ਇਹ ਜਿਹੜੀ ਕਨਸੈਂਟਰੇਸ਼ਨ ਹੈ ਵਿਦ ਪ੍ਰੈਕਟਿਸ, ਕੋਈ ਵੀ ਆਪਣੀ ਜਿਹੜੀ ਕਨਸੈਂਟਰੇਸ਼ਨ ਦਾ ਲੈਵਲ ਹੈ ਉਹ ਇੱਕ ਐਵਰੇਜ ਤੋਂ
ਸੁਪੀਰੀਅਰ ਤੱਕ ਲੈ ਕੇ ਜਾ ਸਕਦਾ ਵਿਦ ਪ੍ਰੈਕਟਿਸ। ਉਹ ਪ੍ਰੈਕਟਿਸ ਕਰੇ ਬਾਰ-ਬਾਰ ਔਰ ਇਹ ਬੜੇ ਕਾਮਨਲੀ ਅਵੇਲੇਬਲ ਚੀਜ਼ਾਂ ਹੈਗੀਆਂ ਵਾ ਅੱਜ ਦੀ ਡੇਟ 'ਚ ਗੂਗਲ ਤੇ YouTube ਤੇ ਸਭ ਕੁਝ ਮਿਲ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਕਨਸੈਂਟਰੇਸ਼ਨ ਵਧਾਉਣੀ ਹੈ। ਸਿਰਫ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ, ਔਰ ਪ੍ਰੈਕਟਿਸ ਕੌਣ ਕਰੇਗਾ? ਜਿਹਦੇ ਅੰਦਰ ਇੱਛਾ ਹੋਏਗੀ। ਔਰ ਦੂਸਰਾ ਤਰੀਕਾ ਇਹਨੂੰ ਯਾਦ ਕਰਨ ਦਾ ਹੁੰਦਾ ਨਿਮੋਨਿਕ ਟੈਕਨੀਕਸ, ਉਹਨਾਂ ਨੂੰ ਕਿਹਾ ਜਾਂਦਾ। ਬਹੁਤ ਸਾਰੀਆਂ ਟੈਕਨੀਕਸ ਹੈ ਜਿਹੜੀਆਂ ਇਜਿਪਸ਼ੀਅਨਸ ਤੇ ਗ੍ਰੀਕਸ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਸੀ, ਔਰ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਨੂੰ ਕਿਸੇ ਵੀ ਲੈਵਲ ਤੇ ਸਿਖਾਈਆਂ ਨਹੀਂ ਜਾਂਦੀਆਂ। ਮੈਂ ਇਸ ਸਬਜੈਕਟ ਨੂੰ ਬਹੁਤ ਥੋਰਲੀ ਸਟੱਡੀ ਕੀਤਾ, ਜਿਹਦੇ ਨਾਲ ਕਿ ਮੈਨੂੰ ਇਹਨਾਂ ਟੈਕਨੀਕਸ ਬਾਰੇ ਵੀ ਪਤਾ ਲੱਗਾ, ਆਪਣੀ ਕਨਸੈਂਟਰੇਸ਼ਨ ਵਧਾਉਣ ਬਾਰੇ ਪਤਾ ਲੱਗਾ। ਆਊਟ ਆਫ ਕਿਉਰਿਓਸਿਟੀ ਮੈਂ ਇਸ ਦੇ ਉੱਤੇ ਕਾਫੀ ਕੰਮ ਕਰਦਾ ਰਿਹਾ। ਮੇਰਾ ਕੋਈ ਪਰਪਸ ਨਹੀਂ ਸੀ ਕਿ ਮੈਂ ਵਰਲਡ ਰਿਕਾਰਡ ਬਣਾਵਾਂਗਾ। ਬਸ ਐਵੇਂ ਜਦੋਂ ਮੈਂ ਪ੍ਰੈਕਟਿਸ ਕੀਤੀ ਤੇ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਕਿ ਤੁਸੀਂ ਤਾਂ ਇੰਨਾ ਡਾਟਾ ਦਿਨਾਂ 'ਚ ਯਾਦ ਕਰ ਲੈਂਦੇ ਹੋ। ਜਿਸ ਤਰ੍ਹਾਂ ਮੈਂ ਇੱਕ 1269 ਨੰਬਰ ਫੋਨ ਨੰਬਰ ਯਾਦ ਕਰ ਲਏ, ਉਹ ਵੀ ਇਸ ਤਰ੍ਹਾਂ ਕਿ ਜੇ ਬੰਦੇ ਦਾ ਨਾਂ ਲਾਓ ਤੇ ਮੈਂ ਫੋਨ ਨੰਬਰ ਦੱਸ ਦਿਆਂ, ਤੇ ਜੇ ਫੋਨ ਨੰਬਰ ਦਾ ਦੱਸੋਗੇ ਤੇ ਪਰਸਨ ਦਾ ਨਾਂ ਦੱਸ ਸਕਦਾ। ਫਿਰ ਮੈਂ MPs ਦਾ ਡਾਟਾ ਯਾਦ ਕੀਤਾ, ਫਿਲਮ ਸਟਾਰ ਦੇ ਬਰਥਡੇ ਯਾਦ ਕੀਤੇ, ਬੜਾ ਕੁਝ ਡਾਟਾ ਯਾਦ ਕੀਤਾ, ਤੇ ਮੈਨੂੰ ਫਿਰ ਆਪਣਾ ਵਿਸ਼ਵਾਸ ਵਧਣਾ ਸ਼ੁਰੂ ਹੋ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਪੀਰੀਓਡਿਕ ਟੇਬਲ ਵੀ ਯਾਦ ਕੀਤਾ। ਤੇ ਫਿਰ ਮੈਂ ਰਿਕਾਰਡ ਹੋਲਡਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੰਟੈਕਟ ਕੀਤਾ, ਤੇ ਫਿਰ ਡਿਫਰੈਂਟ ਜਗ੍ਹਾ ਦੇ ਉੱਤੇ ਸਾਰੇ ਰਿਕਾਰਡ ਬਣਾਏ। ਤੀਸਰਾ ਮੈਥਡ ਜਿਹੜਾ ਹੈਗਾ ਉਹ ਹੈਗਾ ਕਿ ਜੇ ਅਸੀਂ ਇਹਨੂੰ ਟਾਈਮ ਸਿਰ ਡਾਟਾ ਜਿਹੜਾ ਅਸੀਂ ਪੜ੍ਹਿਆ ਵਾ, ਜੋ ਵੀ ਕਲਾਸ 'ਚ ਪੜ੍ਹਿਆ, ਜੇ ਉਹਨੂੰ ਅਸੀਂ ਬਾਰ-ਬਾਰ ਇੱਕ ਟਾਈਮ ਦੇ ਬਾਅਦ ਰਿਵਿਊ ਕਰਦੇ ਰਹੀਏ, ਰਿਵਾਈਜ਼ ਕਰਦੇ ਰਹੀਏ, ਤੇ ਉਹ ਡਾਟਾ ਸਾਡੀ ਲੌਂਗ ਟਰਮ ਮੈਮਰੀ ਚਲਾ ਜਾਂਦਾ। ਤੇ ਜਿਹੜੇ ਡਾਟੇ ਨੂੰ ਅਸੀਂ ਰਿਕਾਲ ਨਹੀਂ ਕਰਾਂਗੇ ਉਹ ਫਿਰ ਸ਼ਾਰਟ ਟਰਮ 'ਚ ਰਹੇਗਾ, ਕੁਝ ਦੇਰ ਫਿਰ ਉਹ ਸਾਨੂੰ ਭੁੱਲਣਾ ਸ਼ੁਰੂ ਹੋ ਜਾਏਗਾ ਤੇ ਪੇਪਰ ਦੇ ਵਿੱਚ। ਸੋ ਬੱਚਿਆਂ ਵਾਸਤੇ ਇਹੀ ਰਿਵਿਊ ਵਾਲਾ ਮੈਥਡ ਬਹੁਤ ਜ਼ਰੂਰੀ ਹੈ। ਅੱਛਾ, ਇਹ ਅੱਜ ਹੁਣ ਤੱਕ ਤੁਸੀਂ ਕਿੰਨੇ ਕੁ ਜਿਹੜੇ ਨੇ ਰਿਕਾਰਡ ਬਣਾ ਚੁੱਕੇ ਹੋ? ਕਿਹੜੇ ਰਿਕਾਰਡ ਤੁਹਾਡੇ ਨਾਮ ਹੈਗੇ ਨੇ ਤੇ ਕਿਹੜੀ ਚੀਜ਼ਾਂ ਦੇ ਵਿੱਚ? ਮੇਰਾ ਜਿਹੜਾ ਰਿਕਾਰਡ ਹੈ ਉਹ ਸਭ ਤੋਂ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਸੀਗਾ। ਉਹ ਫਰੀਦਾਬਾਦ ਦੇ ਵਿੱਚ ਇੱਕ ਆਡੀਟੋਰੀਅਮ 'ਚ ਬਣਿਆ ਸੀਗਾ, ਜਿੱਥੇ ਕਿ 1000-1200 ਦੀ ਸਟਰੈਂਥ ਸੀਗੀ। ਫਿਰ ਉੱਥੇ ਮੇਰੇ 3 ਰਿਕਾਰਡ ਮੈਮਰੀ ਦੇ ਬਣੇ ਸੀ ਇੰਡੀਆ ਬੁੱਕ ਆਫ ਰਿਕਾਰਡ। ਫਿਰ ਮੇਰਾ ਨੈਕਸਟ ਰਿਕਾਰਡ ਜਿਹੜਾ ਬਣਿਆ ਉਹ ਸੀਗਾ ਏਸ਼ੀਆ ਗੋਲਡਨ ਬੁੱਕ ਆਫ ਵਰਲਡ ਰਿਕਾਰਡਸ। ਉਹ ਮੈਂ ਇੱਕ ਯੂਨੀਵਰਸਿਟੀ 'ਚ ਲੈਕਚਰ ਦੇਣ ਜਾਣਾ ਸੀ, ਤੇ ਮੈਂ ਕਿਹਾ ਜੀ ਲੈਕਚਰ ਦੇਣਾ ਤੇ ਮੈਂ ਇੱਥੇ ਆ ਕੇ ਰਿਕਾਰਡ ਬਣਾ ਦਿਆਂਗਾ। ਮੇਰਾ ਰਿਕਾਰਡ ਉੱਥੇ ਬਣ ਗਿਆ। ਫਿਰ ਮੈਂ ਉਸ ਤੋਂ ਬਾਅਦ ਲਿਮਕਾ ਬੁੱਕ ਆਫ ਰਿਕਾਰਡ ਨੂੰ, ਉੱਥੇ ਸਭ ਤੋਂ ਔਖਾ ਕੰਮ ਸੀ ਲਿਮਕਾ ਬੁੱਕ ਵਾਲਿਆਂ ਨੂੰ, ਮੈਂ ਬਹੁਤ ਸਾਰੇ ਰਿਕਾਰਡ ਲਿਖੇ, ਉਹ ਸਾਰੇ ਮੇਰੇ ਰਿਜੈਕਟ ਹੋ ਗਏ। ਫਿਰ ਮੈਂ ਅਲਟੀਮੇਟਲੀ ਜਦੋਂ ਫਾਈਨਲੀ ਇੱਕ ਡਿਫਰੈਂਟ ਜਿਹੇ ਰਿਕਾਰਡ 6 ਭੇਜੇ ਤੇ ਉਹ ਮੇਰੇ ਅਪਰੂਵ ਹੋਏ। ਉਹਨਾਂ 'ਚੋਂ ਮੈਂ 2 ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ 18 ਦੇ ਵਿੱਚ ਬਣਾਏ ਸੀਗੇ। ਉਸ ਤੋਂ ਬਾਅਦ ਫਿਰ ਮੇਰਾ ਨੈਕਸਟ ਸੀਗਾ ਵਰਲਡ ਰਿਕਾਰਡ, ਇੰਡੀਆ ਦੇ ਨਾਲ ਮੇਰਾ ਰਿਕਾਰਡ ਬਣਿਆ। ਬ੍ਰਿਟਿਸ਼ ਵਰਲਡ ਰਿਕਾਰਡ ਦੇ ਨਾਲ ਹੈਗਾ ਮੇਰਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੰਡੀਅਨ ਕੰਪਨੀਆਂ ਜਿਨ੍ਹਾਂ ਵਿੱਚ ਮੇਰਾ ਨਾਮ ਫਿਰ ਰਜਿਸਟਰ ਹੁੰਦਾ ਚਲਾ ਗਿਆ। ਔਰ ਇਹ ਜਿਹੜਾ ਰਿਕਾਰਡ ਸੀਗੇ ਇਹ ਸੀਗੇ, ਜਿਸ ਤਰ੍ਹਾਂ ਮੈਂ ਇੰਡੀਆ ਦੀਆਂ ਪਾਰਲੀਮੈਂਟਰੀ ਕਨਸਟੀਟਿਊਐਂਸੀਜ਼ ਹੈਗੀਆਂ 543, ਮੈਂ 4 ਮਿੰਟ ਦੇ ਵਿੱਚ ਤੁਹਾਨੂੰ ਹੁਣ ਵੀ ਗਿਣਾ ਸਕਦਾ, 4-4.5 ਮਿੰਟ ਦੇ ਵਿੱਚ। ਉਸ ਤੋਂ ਬਾਅਦ ਫਿਰ ਪੀਰੀਓਡਿਕ ਟੇਬਲ ਹੁੰਦਾ, ਪੀਰੀਓਡਿਕ ਟੇਬਲ ਦਾ ਮਾਸ ਨੰਬਰ ਉਹ ਦੁਨੀਆ 'ਚ ਕਿਸੇ ਨੇ ਨਹੀਂ ਯਾਦ ਕੀਤਾ ਸੀ। ਮੈਂ ਉਹਨੂੰ ਯਾਦ ਵੀ ਕੀਤਾ ਤੇ ਉਹਨੂੰ ਰਿਕਾਲ ਕੀਤਾ ਸ਼ਾਰਟੈਸਟ ਪੀਰੀਅਡ ਦੇ ਵਿੱਚ, ਉਹ ਮੇਰਾ ਰਿਕਾਰਡ ਬਣਿਆ। ਫਿਰ ਉਸ ਤੋਂ ਬਾਅਦ ਮੈਂ ਕੰਟਰੀਜ਼ ਐਂਡ ਕੈਪੀਟਲਸ ਦਾ ਨਾਮ ਜਿਹੜਾ ਸੀਗਾ 1 ਮਿੰਟ ਦੇ ਵਿੱਚ 95 ਕੰਟਰੀਜ਼ ਤੇ ਕੈਪੀਟਲ ਦਾ ਨਾਮ ਰਿਕਾਲ ਕੀਤਾ, ਉਹ ਮੇਰਾ ਗੋਲਡਨ ਬੁੱਕ ਆਫ ਵਰਲਡ। ਇਸ ਤਰ੍ਹਾਂ ਮੈਂ ਹੋਰ ਵੀ ਬਹੁਤ ਸਾਰੇ, ਮੇਰੇ ਕੋਲ 8 ਰਿਕਾਰਡ ਰੈਡੀ ਹੈ, ਜਦੋਂ ਮੈਨੂੰ ਕੋਈ ਮੌਕਾ ਮਿਲਦਾ ਤੇ ਮੈਂ ਉਹ ਰਿਕਾਰਡ ਨੂੰ ਉੱਥੇ ਬਣਾ ਸਕਦਾ। ਅੱਛਾ, ਅੱਜ-ਕੱਲ੍ਹ ਵਿਦਿਆਰਥੀਆਂ ਦੇ ਵਿੱਚ ਕਾਫੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ। ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਅਸੀਂ, ਨੌਜਵਾਨਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦੀਆਂ ਨੇ ਕਿ ਅ, ਅਸੀਂ ਜਦੋਂ ਪਹਿਲੀ ਕਲਾਸ, 5ਵੀਂ ਕਲਾਸ, 8ਵੀਂ ਕਲਾਸ ਦੇ ਵਿੱਚ ਜੋ ਚੀਜ਼ਾਂ ਪੜ੍ਹੀਆਂ ਨੇ, ਉਹ ਚੀਜ਼ਾਂ ਸਾਨੂੰ ਕਾਲਜ ਲੈਵਲ ਦੇ ਉੱਤੇ ਜਾ ਕੇ ਜਾਂ ਫਿਰ ਜਦੋਂ ਸਾਡੀ ਉਮਰ ਥੋੜ੍ਹੀ ਜਿਹੀ 3 ਸਾਲ 4 ਸਾਲ ਵੱਧ ਜਾਂਦੀ ਹੈ, ਉਹ ਚੀਜ਼ਾਂ ਸਾਨੂੰ ਭੁੱਲਣ ਲੱਗ ਪੈਂਦੀਆਂ ਨੇ। ਇਹ ਕੀ ਚੀਜ਼ ਹੈਗੀ ਹੈ ਜਿਸ ਕਾਰਨ ਸਾਨੂੰ ਇਹ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ? ਇਸ ਤਰ੍ਹਾਂ ਰਾਜੂ ਜੀ ਕਿ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੰਮ ਦੀਆਂ ਚੀਜ਼ਾਂ ਨਾ, ਜਿਹੜੀਆਂ ਤੁਸੀਂ ਲੋਅਰ ਕਲਾਸਿਸ 'ਚ ਪੜ੍ਹੀਆਂ ਵਾ, ਉਹ ਸਾਰੀਆਂ ਯਾਦ ਰਹਿਣੀਆਂ ਜ਼ਰੂਰੀ ਵੀ ਨਹੀਂ ਹੈਗੀਆਂ। ਸਾਰਾ ਕੁਝ ਯਾਦ ਰੱਖਣਾ ਜ਼ਰੂਰੀ ਵੀ ਨਹੀਂ ਹੁੰਦਾ, ਕਿਉਂਕਿ ਕੁਛ ਨਾ ਕੁਛ ਡਾਟਾ ਜਿਹੜਾ ਡਿਲੀਟ ਹੋਏਗਾ ਤੇ ਅਸੀਂ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਪਰ ਹੁੰਦਾ ਕੀ ਹੈ ਕਿ ਜਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਉਹ ਬਾਰ-ਬਾਰ ਤੁਹਾਡੇ ਸਾਹਮਣੇ ਆਉਂਦੀਆਂ। ਜਿਹੜਾ ਡਾਟਾ ਬਾਰ-ਬਾਰ ਤੁਹਾਡੇ ਸਾਹਮਣੇ ਆਏਗਾ ਉਹ ਲੌਂਗ ਟਰਮ ਮੈਮਰੀ ਚਲਾ ਜਾਏਗਾ, ਉਹ ਹਮੇਸ਼ਾ ਵਾਸਤੇ ਰਹੇਗਾ। ਤੁਸੀਂ ਜਿਹੜੇ ਇੱਕ ਨੋਟ ਕਰੋ ਕਿ ਤੁਹਾਨੂੰ ਜਿਹੜੀਆਂ ਚੀਜ਼ਾਂ ਤੁਸੀਂ ਲੋਅਰ ਕਲਾਸ ਦੇ ਵਿੱਚ ਤੁਹਾਨੂੰ ਪਸੰਦ ਸੀ ਨਾ, ਜਿਹੜੇ ਟੌਪਿਕ, ਉਹ ਤੁਸੀਂ ਬੜੀ ਚੰਗੀ ਤਰ੍ਹਾਂ ਪੜ੍ਹੇ ਔਰ ਤੁਹਾਨੂੰ ਸੌਖੇ ਯਾਦ ਵੀ ਹੋਏ, ਉਹ ਤੁਹਾਨੂੰ ਅੱਜ ਤੱਕ ਵੀ ਯਾਦ ਰਹਿਣਗੇ। ਤੇ ਜਿਹੜੇ ਕੁਝ ਤੁਹਾਡੇ ਇੰਟਰਸਟ ਦੇ ਸਬਜੈਕਟ ਨਹੀਂ ਸੀਗੇ, ਉਹਨਾਂ ਦੇ ਵਿੱਚ ਤੁਹਾਡਾ ਜੋ ਯਾਦਾਸ਼ਤ ਤੁਹਾਡੀ ਐਡੀ ਵਧੀਆ ਨਹੀਂ ਹੋਏਗੀ। ਸੋ ਇੱਕ ਇਹ ਵੀ ਪੁਆਇੰਟ ਇੱਥੇ ਆਉਂਦਾ ਕਿ ਜਿਹੜੀਆਂ ਚੀਜ਼ਾਂ 'ਚ ਬੰਦੇ ਦਾ ਇੰਟਰਸਟ ਹੁੰਦਾ ਨਾ, ਉਹ ਚੀਜ਼ਾਂ ਯਾਦ ਕਰਨੀਆਂ ਸੌਖੀਆਂ ਹੁੰਦੀਆਂ। ਜਿਸ ਤਰ੍ਹਾਂ ਕੁਝ ਲੋਕਾਂ ਨੂੰ ਕ੍ਰਿਕਟ ਦਾ ਡਾਟਾ ਬੜਾ ਯਾਦ ਹੁੰਦਾ, ਕੁਝ ਲੋਕਾਂ ਨੂੰ ਫਿਲਮਾਂ ਦਾ ਡਾਟਾ ਬੜਾ ਯਾਦ ਹੁੰਦਾ, ਕਿਉਂਕਿ ਉਹਨਾਂ ਦਾ ਇੰਟਰਸਟ ਹੁੰਦਾ ਵਾ। ਤੇ ਇਹ ਸਿਸਟਮ ਸਾਰਾ ਮੈਮੋਰਾਈਜ਼ੇਸ਼ਨ ਦਾ ਇਹੀ ਹੈਗਾ ਕਿ ਇਹਦੇ ਵਿੱਚ ਚੀਜ਼ ਨੂੰ ਇੰਨਾ ਇੰਟਰਸਟਿੰਗ ਬਣਾ ਦਿਓ ਕਿ ਕੁਝ ਵੀ ਯਾਦ ਕਰੋ, ਉਹਨੂੰ ਤੁਸੀਂ ਬਾਰ-ਬਾਰ ਰਿਵਾਈਜ਼ ਕਰ ਲਓ ਤਾਂ ਤੁਹਾਡੀ ਲੌਂਗ ਟਰਮ ਮੈਮਰੀ ਚਲਾ ਜਾਏਗਾ। ਅੱਜ ਤੋਂ 10 ਸਾਲ ਬਾਅਦ ਵੀ ਤੁਸੀਂ ਰਿਕਾਲ ਕਰੋਗੇ, ਕਾਫੀ ਵੱਡਾ ਹਿੱਸਾ ਉਹਦਾ ਰਿਕਾਲ ਕਰ ਪਾਓਗੇ। ਅੱਛਾ, ਇੱਕ ਜਿਵੇਂ ਅਸੀਂ ਤੁਸੀਂ ਪੀਰੀਓਡਿਕ ਟੇਬਲਸ ਜਿਹੜੇ ਨੇ ਉਹ ਕਾਫੀ ਸ਼ਾਰਟ ਟਰਮ ਦੇ ਵਿੱਚ ਤੁਸੀਂ ਜਿਹੜਾ ਰਿਕਾਲ ਕੀਤੇ ਸੀਗੇ, ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਦੇ ਲਈ ਤੁਸੀਂ ਕਰ ਸਕਦੇ ਹੋ ਕਿ? ਹਾਂਜੀ, ਪੀਰੀਓਡਿਕ ਟੇਬਲ ਦੇ ਵਿੱਚ 118 ਐਲੀਮੈਂਟਸ ਹੁੰਦੀਆਂ ਵਾ।
ਉਹਨਾਂ ਦੇ ਐਟੋਮਿਕ ਨੰਬਰ ਤਾਂ 1 ਤੋਂ 1 ਤੋਂ ਲੈ ਕੇ 118 ਹੁੰਦੇ ਆ, ਪਰ ਉਹਨਾਂ ਦੇ ਮਾਸ ਨੰਬਰ ਜਿਹੜੇ ਆ ਉਹ ਕਿਸੇ ਦੇ ਵਿੱਚ 6 ਡਿਜਿਟ ਤੱਕ ਮੇਜਰ ਕੀਤੇ ਗਏ, ਕਿਸੇ ਵਿੱਚ 4 ਚ ਕੀਤੇ ਗਏ। ਮੈਂ ਤੁਹਾਨੂੰ ਥੋੜੇ ਜਿਹੇ ਐਲੀਮੈਂਟਸ ਰਿਕਾਲ ਕਰਦਾ, ਜਿਸ ਤਰ੍ਹਾਂ ਹਾਈਡਰੋਜਨ 1.00794, ਹੀਲੀਅਮ 4.00260, ਲਿਥੀਅਮ 6.941, ਬਰੀਲੀਅਮ 9.012182, ਬੋਰਨ 10.811, ਕਾਰਬਨ 12.0107, ਨਾਈਟ੍ਰੋਜਨ 14.0067, ਆਕਸੀਜਨ 15.994, ਫਲੋਰੀਨ 18.998403, ਨਿਓਨ 20.1797, sodium 22.98976928, magnesium 24.305, aluminium 26.981538, silicon 28.0855, phosphorus 30.973762, sulfur 32.065, chlorine 35.453, argon 39.948, potassium 39.0983, calcium 40.078 and so on। 118 ਦੀਆਂ ਐਲੀਮੈਂਟਸ ਜਿਹੜੀਆਂ ਸਾਰੀਆਂ ਰਿਕਾਲ ਕੀਤੀਆਂ ਜਾ ਅੱਛਾ, ਇਹ ਤੁਸੀਂ ਕਿੰਨੇ ਮਿੰਟ ਦੇ ਵਿੱਚ ਕੀਤਾ 3 ਸੀ? ਮਿੰਟ 51 ਸੈਕਿੰਡ ਦੇ ਵਿੱਚ। ਅੱਛਾ, 118 ਤੁਸੀਂ ਜਿਹੜੀ ਆ 3 ਮਿੰਟ 51 ਸੈਕਿੰਡ ਦੇ ਵਿੱਚ ਤੁਸੀਂ ਰਿਕਾਲ ਕੀਤੀ ਹੈ ਹਾਂਜੀ। ਅੱਛਾ, ਤੇ ਇਹ ਰਿਕਾਰਡ ਤੁਸੀਂ ਕਿੱਥੇ ਬਣਾਇਆ ਸੀ, ਪੰਜਾਬ ਦੇ ਵਿੱਚ ਹੀ ਜਾਂ ਫਿਰ ਕਿੱਥੇ? ਇਹ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਸਾਰੇ ਪ੍ਰੈਸ ਰਿਪੋਰਟਰ ਜਿਹੜੇ ਮੀਡੀਆ ਦੇ ਫਰੈਂਡ ਸੀਗੇ, ਉਹ ਸਾਰਿਆਂ ਨੂੰ ਅਸੀਂ ਉੱਥੇ ਇਨਵਾਈਟ ਕੀਤਾ ਸੀਗਾ, ਤੇ ਉਹਦੇ ਵਿੱਚ ਇਹ ਰਿਕਾਰਡ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਬਣਾਇਆ ਗਿਆ ਸੀ, ਤੇ ਉਹਨਾਂ ਨੇ ਹੀ ਖੁਦ ਸਰਟੀਫਾਈ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਮੇਰੇ ਰਿਕਾਰਡ ਨੂੰ ਸਾਰਾ ਡਾਟਾ ਜਿਹੜਾ ਵੀਡੀਓ ਐਂਡ ਸਾਰਾ ਡਾਟਾ ਉਹ ਕੰਪਨੀ ਨੂੰ ਭੇਜਿਆ ਗਿਆ, ਔਰ ਕੰਪਨੀ ਨੇ 2-3 ਮਹੀਨੇ ਲਏ ਉਸ ਨੂੰ ਸਾਰਾ ਐਨਾਲਾਈਜ਼ ਕੀਤਾ ਕਿ ਸਾਰਾ ਪ੍ਰੈਜ਼ੈਂਸ 'ਚ ਹੋਇਆ ਵਾ, ਫਿਰ ਉਹਨਾਂ ਨੇ ਮੇਰਾ ਸਰਟੀਫਿਕੇਟ ਐਂਡ ਸਾਰਾ ਕੁਝ ਭੇਜਿਆ ਸੀਗਾ, ਮੇਰਾ ਰਿਕਾਰਡ ਬਣ ਗਿਆ। ਅੱਛਾ, ਇੱਕ ਹੁਣ ਤੁਸੀਂ ਹੋਰ ਕਿਹੜੇ ਰਿਕਾਰਡ ਵੱਲ ਤੁਸੀਂ ਧਿਆਨ ਦੇ ਰਹੇ ਹੋ ਇਨ ਫਿਊਚਰ? ਤੁਸੀਂ ਕਿਹੜੇ ਰਿਕਾਰਡ ਵੱਲ ਜਿਹੜਾ ਕਰਨਾ ਸੋਚ ਰਹੇ ਹੋ? ਮੇਰੇ ਸਾਰੇ ਰਿਕਾਰਡ ਬਣ ਚੁੱਕੇ ਆ, ਬਟ ਹੁਣ ਸਿਰਫ ਇੱਕ ਗਿਨੀਜ਼ ਰਿਕਾਰਡ ਰਹਿ ਗਿਆ, ਜਿਹੜਾ ਮੇਰਾ ਲਾਸਟ ਐਂਡ ਫਾਈਨਲ ਰਿਕਾਰਡ ਹੋਏਗਾ, ਜਿਹਦਾ ਬੜੀ ਜਲਦੀ ਤੁਹਾਨੂੰ ਇਨਫੋਰਮੇਸ਼ਨ ਭੇਜਾਂਗੇ ਜਦੋਂ ਸਾਰੀ ਤਿਆਰੀ ਹੋ ਜਾਂਦੀ ਹੈ, ਤੇ ਆਈ ਲੈਟ ਯੂ ਨੋ, ਤੇ ਆਪਾਂ ਸਾਰੇ ਦੋਸਤ ਇਕੱਠੇ ਕਰਾਂਗੇ ਉਹਦੇ ਵਿੱਚ। ਅੱਛਾ, ਤੇ ਜਿਹੜਾ ਤੁਸੀਂ ਗਿਨੀਜ਼ ਬੁੱਕ ਆਫ ਰਿਕਾਰਡ ਜਿਹੜਾ ਬਣਾਉਣਾ ਹੈ, ਉਹ ਕਿਵੇਂ ਕੀ ਚੀਜ਼ਾਂ ਦਾ ਤੁਸੀਂ ਬਣਾਉਣਾ ਜਿਹੜਾ ਇਹ ਸੋਚ ਰਹੇ ਹੋ? ਉਹ ਮੈਂ ਰਾਜੂ ਜੀ ਪਬਲਿਕਲੀ ਡਿਸਕਲੋਜ਼ ਨਹੀਂ ਕਰਾਂਗਾ। ਰਿਕਾਰਡ ਮੇਰਾ ਅਪਰੂਵ ਹੋ ਚੁੱਕਾ ਆ ਵਾ, ਤੇ ਪਬਲਿਕਲੀ ਜਦੋਂ ਤੱਕ ਮੈਂ ਉਸ ਨੂੰ ਪੂਰਾ ਨਹੀਂ ਕਰ ਲੈਂਦਾ, ਉਦੋਂ ਤੱਕ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿ ਮੈਨੂੰ ਇਹ ਵਾਲਾ ਰਿਕਾਰਡ ਮੈਂ ਬਣਾਉਣ ਜਾ ਰਿਹਾ। ਮੈਂ ਉਹਨੂੰ ਥੋੜਾ ਜਿਹਾ ਸੀਕ੍ਰੇਟ ਰੱਖਣਾ ਪੈਂਦਾ, ਪਬਲਿਕਲੀ ਨਹੀਂ ਦੱਸ ਸਕਦੇ ਤੁਸੀਂ। ਠੀਕ ਹੈ, ਸਭ ਤੋਂ ਪਹਿਲਾ ਰਿਕਾਰਡ ਤੁਸੀਂ ਕਿਹੜਾ ਬਣਾਇਆ ਸੀਗਾ, ਅਤੇ ਉਸ ਰਿਕਾਰਡ ਲਈ ਤੁਹਾਨੂੰ ਇਨਕਰੇਜ ਕਿਸ ਨੇ ਕੀਤਾ ਸੀਗਾ ਕਿ ਇਹ ਰਿਕਾਰਡ ਤੁਹਾਨੂੰ ਬਣਾਉਣਾ ਚਾਹੀਦਾ ਹੈ? ਐਨਕਰੇਜ ਤਾਂ ਰਾਜੂ ਜੀ ਕਿਸੇ ਨੇ ਨਹੀਂ ਕੀਤਾ ਰਿਕਾਰਡ ਤਾਂ, ਕਿਉਂਕਿ ਜਦੋਂ ਮੈਂ ਡਾਟਾ ਯਾਦ ਕਰਨਾ ਸ਼ੁਰੂ ਕੀਤਾ, ਮੇਰੇ ਬੇਟੇ ਨੇ ਸਭ ਤੋਂ ਪਹਿਲਾਂ ਕਿਹਾ ਕਿ ਪਾਪਾ ਤੁਸੀਂ ਬੜੀ ਅੱਜ ਕੱਲ੍ਹ ਇੰਟਰਸਟ ਸ਼ੋ ਕਰ ਰਹੇ ਹੋ, ਤੇ 100 ਫੋਨ ਨੰਬਰ ਯਾਦ ਕਰੋ। ਤੇ ਮੈਂ ਫੋਨ ਨੰਬਰ ਯਾਦ ਕਰਨੇ ਸ਼ੁਰੂ ਕੀਤੇ, ਤੇ ਮੈਂ ਹੌਲੀ ਹੌਲੀ ਇੰਨਾ ਇੰਟਰਸਟ ਬਣਿਆ ਕਿ ਮੈਂ 1269 ਫੋਨ ਨੰਬਰ ਯਾਦ ਕੀਤੇ। ਪਰ ਮੈਂ ਜਦੋਂ ਕੰਪਨੀ ਨੂੰ ਭੇਜਿਆ, ਤੇ ਉਹ ਰਿਕਾਰਡ ਉਹਦੇ ਉੱਤੇ ਬਣਨਾ ਪੋਸੀਬਲ ਨਹੀਂ ਸੀਗਾ। ਫਿਰ ਮੈਂ ਹੋਰ ਡਾਟਾ ਕੰਟਰੀਜ਼ ਦੀਆਂ ਕੈਪੀਟਲਸ ਵਗੈਰਾ ਕੀਤੀਆਂ, ਤੇ ਉਹ ਮੇਰੇ ਜਿਹੜੇ ਸ਼ੁਰੂ ਦੇ ਰਿਕਾਰਡ ਸੀ ਉਹ ਇਹੀ ਡਾਟਾ ਦੇ ਉੱਤੇ ਸੀਗੇ ਕਿ ਮੈਂ ਜਿਹੜੀਆਂ ਇੰਡੀਅਨ ਪਾਰਲੀਮੈਂਟਰੀ ਕਨਸਟੀਟਿਊਸ਼ਨ ਹੁੰਦੀਆਂ ਉਹ ਯਾਦ ਕੀਤੀਆਂ, ਔਰ ਉਹਨਾਂ ਨੂੰ ਸ਼ਾਰਟੈਸਟ ਟਾਈਮ ਦੇ ਵਿੱਚ ਰਿਕਾਲ ਕੀਤਾ ਸੀ। ਫਿਰ ਕੰਟਰੀਜ਼ ਐਂਡ ਕੈਪੀਟਲਸ ਦਾ ਰਿਕਾਰਡ ਮੈਂ ਬਣਾਇਆ ਕਿ 1 ਮਿੰਟ 'ਚ 95 ਕੰਟਰੀਜ਼ ਐਂਡ ਕੈਪੀਟਲਸ ਮੈਂ ਰਿਕਾਲ ਕੀਤੇ ਸੀ। ਉਸ ਤੋਂ ਪਹਿਲਾਂ ਇੱਕ ਜਰਮਨ ਸੀਗਾ, ਤੇ ਉਸ ਤੋਂ ਪਹਿਲਾਂ ਇੱਕ ਭੋਪਾਲ ਦਾ ਲੜਕਾ ਸੀ, ਉਹਨਾਂ ਨੇ 52 ਕੰਟਰੀਜ਼ ਐਂਡ ਕੈਪੀਟਲਸ 1 ਮਿੰਟ 'ਚ ਰਿਕਾਲ ਕੀਤੇ ਸੀ, ਔਰ ਮੈਂ 95 ਕੰਟਰੀਜ਼ ਐਂਡ ਕੈਪੀਟਲਸ ਕਰਤੇ ਸੀਗੇ। ਤੇ ਉਸ ਤੋਂ ਬਾਅਦ ਫਿਰ ਲਿਮਕਾ ਬੁੱਕ ਆਫ ਰਿਕਾਰਡ ਜਿਹੜਾ ਸੀਗਾ, ਉਹਦੇ ਵਿੱਚ ਪੀਰੀਓਡਿਕ ਟੇਬਲ ਦੀਆਂ ਐਲੀਮੈਂਟਸ ਵਾਲਾ ਇਹ ਸਾਰਾ ਇਹੀ ਡਾਟਾ ਸੀਗਾ ਜਿਨ੍ਹਾਂ ਦੇ ਉੱਤੇ ਸਾਰੇ ਰਿਕਾਰਡ ਬਣੇ। ਸੁਣਾ ਸਕਦੇ ਹੋ 1 ਮਿੰਟ ਦੇ ਵਿੱਚ ਜਿਹੜਾ ਤੁਸੀਂ ਰਿਕਾਰਡ ਬਣਾਇਆ ਸੀ ਪਹਿਲਾਂ? ਹਾਂਜੀ, ਕੰਟਰੀਜ਼ ਐਂਡ ਕੈਪੀਟਲਸ ਜਦੋਂ ਤੁਸੀਂ ਰਿਕਾਰਡ ਬਣਾਉਂਦੇ ਹੋ, ਉੱਥੇ ਮੈਂ 95 ਕੀਤੇ ਸੀਗੇ। ਉਹਦੇ ਵਾਸਤੇ ਤੁਹਾਨੂੰ ਘੱਟੋ ਘੱਟ 1.5 ਹਫ਼ਤਾ ਪ੍ਰੈਕਟਿਸ ਚਾਹੀਦੀ ਹੈ, 10-15 ਦਿਨ ਦੀ। ਤੁਸੀਂ ਉਹਨੂੰ ਬਾਰ ਰਿਪੀਟ ਕਰਦੇ ਹੋ, ਸੋ ਦੈਟ ਤੁਸੀਂ ਵਰਲਡ ਰਿਕਾਰਡ ਟਾਈਮਿੰਗ ਤੇ ਪਹੁੰਚ ਸਕੋ। ਮੈਂ ਰਿਕਾਲ ਕਰ ਸਕਦਾ ਹਾਂ, ਬਟ ਉਸ ਟਾਈਮਿੰਗ ਦੇ ਵਿੱਚ ਨਹੀਂ ਮੈਂ ਕਰ ਪਾਵਾਂਗਾ। ਜ਼ਰੂਰ ਤੁਸੀਂ ਇੱਕ ਵਾਰੀ ਜ਼ਰੂਰ ਦੱਸੋ। ਹਾਂਜੀ, ਚਾਈਨਾ ਬੀਜਿੰਗ, ਚਾਈਨਾ 1 ਮਿੰਟ ਮੈਨੂੰ ਰਿਕਾਲ ਕਰ ਲੈਂਦੇ ਆਪਣੇ ਮਾਈਂਡ ਦੇ ਵਿੱਚ। ਪੈਰਿਸ, अर्जेंटीना, ब्यूनस आयर्स, वेनेजुएला, कैराकस, इंडिया, न्यू दिल्ली, फिलीपींस, मनीला, यूके, लंदन, यूक्रेन, काई पीरो, लीमा, यूएसए, वाशिंगटन, इथियोपिया, एडिस बाबा, इटली, रोम, युगांडा, कंपाला, मलेशिया, क्वालालंपुर, इंडोनेशिया, जकार्ता, वियतनाम, हनोई, साउथ अफ्रीका, केपटाउन, सूडान, खार्तूम, उज़्बेकिस्तान, ताशकंद, ब्राजील, ब्राजीलिया, इजिप्ट, कारो, म्यांमार, नेपिडा, अल्जीरिया, अल्जीरिया, सऊदी अरेबिया, रियाद, पाकिस्तान, इस्लामाबाद, ईरान, तेहरान, तंजानिया, डोमा, पोलैंड, वालसा, नेपाल, काठमांडू, नाइजीरिया, अब्जा, जर्मनी, बर्लिन, साउथ कोरिया, सियोल, कनाडा, ओटावा, मोज़म्बिक, बांग्लादेश, ढाका, टर्की, अंकारा, कोलंबिया, बोगोटा, इराक, बगदाद, नॉर्थ कोरिया, प्योंगयांग, रशिया, मॉस्को, कांगो, किंशासा, स्पेन, मैड्रिड, मोरक्को, रबर्ट, ऑस्ट्रेलिया, कैनबरा, जापान, टोक्यो, थाईलैंड, बैंकॉक, कीनिया, नैरोबी, अफगानिस्तान, काबुल, श्रीलंका, शिजावन, कोटे, घाना, एक्रा, मलावी, लॉन्गवे, चैड एंड सो ऑन। सो ये सारे ਦੇ ਸਾਰੇ ਜਿਹੜੇ ਆ 193 ਕੰਟਰੀਜ਼ ਹੈਗੇ ਜਿਨ੍ਹਾਂ ਨੂੰ ਮੈਂ ਉਹਨਾਂ ਚੋਂ 1 ਮਿੰਟ 'ਚ 95 ਰਿਕਾਲ ਕੀਤੇ ਸੀ, ਕਿਉਂਕਿ ਇਹਦੇ ਵਾਸਤੇ ਤੁਹਾਨੂੰ ਮੈਂ ਆਈ ਐਮ ਨਾਟ ਪ੍ਰੀਪੇਅਰਡ ਟੂਡੇ, ਅਦਰਵਾਈਜ਼ ਇਹਦੇ ਵਾਸਤੇ ਮੈਨੂੰ ਘੱਟੋ ਘੱਟ 10-12 ਦਿਨ ਦੀ ਪ੍ਰੈਕਟਿਸ ਚਾਹੀਦੀ ਹੁੰਦੀ ਹੈ ਉਸ ਟਾਈਮਿੰਗ ਨੂੰ ਰਿਟੇਨ ਕਰਨ ਲਈ। ਦੁਬਾਰਾ ਉਸੇ 12 ਤੋਂ 13 ਦਿਨ ਤੁਹਾਨੂੰ ਲਗਾਤਾਰ ਜਿਹੜਾ ਉਹ ਹਰ ਅੱਧੇ ਘੰਟੇ ਬਾਅਦ ਉਹਨੂੰ ਪ੍ਰੈਕਟਿਸ ਕਰਦਾ ਵਾਂ, ਫਿਰ ਉਸ ਲੈਵਲ ਤੇ ਉਸ ਟਾਈਮਿੰਗ ਦੇ ਉੱਤੇ ਨਾਲ ਟਾਈਮਰ ਲਗਾ ਕੇ ਚੈੱਕ ਕੀਤਾ ਜਾਂਦਾ। ਜਦੋਂ ਉਹ ਲੈਵਲ ਆ ਜਾਂਦਾ ਫਿਰ ਆਪਾਂ ਉਹਨੂੰ ਅਟੈਂਪਟ ਕਰ ਸਕਦੇ ਹਾਂ। ਤੁਸੀਂ ਐਜ਼ ਅ ਪ੍ਰੋਫੈਸਰ ਵੀ ਜਿਹੜਾ ਹੈ ਪੜ੍ਹਾ ਰਹੇ ਹੋ ਵਿਦਿਆਰਥੀਆਂ ਨੂੰ, ਤੇ ਇਹ ਚੀਜ਼ ਕਿਵੇਂ ਤੁਹਾਡੀ ਮਦਦ ਕਰਦੀ ਹੈ ਕਿ ਇੱਕ ਚੀਜ਼ ਨੂੰ ਕਾਫੀ ਲੰਬੇ ਸਮੇਂ ਤੱਕ ਯਾਦ ਕਰਨਾ, ਜਾਂ ਫਿਰ ਕਈ ਚੀਜ਼ਾਂ ਡਾਟਾ ਨੂੰ ਇੱਕ ਸਮੇਂ ਵਿੱਚ ਯਾਦ ਕਰਨਾ?
ਮੈਂ ਇਸ ਫੀਲਡ ਜਦੋਂ ਐਂਟਰ ਕੀਤਾ ਸੀ ਤੇ ਬਾਈ ਡਿਫਾਲਟ ਇਸ ਫੀਲਡ ਦੇ ਵਿੱਚ ਆਇਆ, ਹੂੰ। ਬਟ ਲੇਟਰ ਔਨ ਮੈਨੂੰ ਰਿਅਲਾਈਜ਼ ਹੋਇਆ ਕਿ ਇਹ ਤਾਂ ਬੜੀ ਇਹੋ ਜਿਹੀ ਵਿੱਦਿਆ ਹੈ ਜਿਹੜੀ ਵਿਦਿਆਰਥੀਆਂ ਨੂੰ ਮਿਲਣੀ ਚਾਹੀਦੀ ਹੈ। ਹੂੰ। ਫਿਰ ਮੈਂ ਇਸ ਨੂੰ ਬਹੁਤ ਜ਼ਿਆਦਾ ਡੀਪਲੀ ਸਟੱਡੀ ਕੀਤਾ ਇਸ ਐਂਗਲ ਤੋਂ, ਫਿਰ ਮੈਂ ਰਿਕਾਰਡ ਬਣਾਏ। ਮੇਰੇ ਦੋਸਤਾਂ ਨੇ ਕਿਹਾ ਕਿ ਵੀ ਤੁਸੀਂ ਜੇ ਮੈਂ ਰਿਕਾਰਡ ਬਣਾਉਣ 'ਚ ਕੋਈ ਇੰਟਰਸਟਿਡ ਨਹੀਂ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਰਿਕਾਰਡ ਬਣਾਓ। ਮੈਂ ਕਿਹਾ ਕਿਉਂ? ਕਹਿੰਦੇ ਵੀ ਜੇ ਤੁਸੀਂ ਇਹ ਕਰਦੇ ਕਾਹਦੇ ਲਈ ਪਏ ਹੋ, ਤੁਸੀਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ, ਤੇ ਬੱਚਿਆਂ ਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਤੁਸੀਂ ਇਹਨੂੰ ਸਿਖਾ ਸਕਦੇ ਹੋ? ਤੁਸੀਂ ਕੋਈ ਸਟੈਂਡਰਡ ਸੈੱਟ ਕਰੋਗੇ ਰਿਕਾਰਡ ਦੇ ਥਰੂ, ਫਿਰ ਬੱਚਿਆਂ ਨੂੰ ਤੁਸੀਂ ਸਿਖਾ ਪਾਓਗੇ। ਫਿਰ ਇਸ ਕਰਕੇ ਮੇਰਾ ਇੰਟਰਸਟ ਉਧਰ ਹੋਇਆ, ਤੇ ਮੈਂ ਹੁਣ ਅੱਜ ਬੱਚਿਆਂ ਨੂੰ ਕਰੀਬ 10,000 ਤੋਂ ਜ਼ਿਆਦਾ ਬੱਚਿਆਂ ਨੂੰ ਇਹ ਚੀਜ਼ਾਂ ਸਿਖਾ ਚੁੱਕਾ ਵਾਂ, ਤੇ ਆਨਲਾਈਨ ਵੀ ਸਿਖਾਇਆ ਤੇ ਆਫਲਾਈਨ ਵੀ ਸਿਖਾਇਆ, ਔਰ ਕਰੀਬ 250 ਕਾਲਜਸ, ਸਕੂਲਸ, ਯੂਨੀਵਰਸਿਟੀ 'ਚ ਮੈਂ ਇਨਵਾਈਟ ਹੋ ਚੁੱਕਾ, ਜਿੱਥੇ ਮੈਂ ਜਾ ਕੇ ਬੱਚਿਆਂ ਨਾਲ ਡਾਇਰੈਕਟਲੀ ਇੰਟਰੈਕਟ ਕੀਤਾ। ਜਦੋਂ ਕਰੋਨਾ ਪੀਰੀਅਡ ਚੱਲ ਰਿਹਾ ਸੀਗਾ, ਉਦੋਂ ਫਿਰ ਮੈਂ ਆਨਲਾਈਨ ਸ਼ੁਰੂ ਕੀਤਾ। ਉਦੋਂ ਮੇਰੇ ਨਾਲ 6 ਕੰਟਰੀਜ਼ ਤੋਂ ਸਟੂਡੈਂਟ ਜੁੜਦੇ ਸੀਗੇ, ਤੇ ਮੈਂ ਉਹਨਾਂ ਨੂੰ ਸਿਖਾਉਂਦਾ ਸੀਗਾ। ਅੱਛਾ, ਇਹ ਬਚਪਨ ਦੇ ਵਿੱਚ ਵੀ ਇਦਾਂ ਹੀ ਰਿਹਾ ਤੁਹਾਡੇ ਨਾਲ ਕਿ ਬਚਪਨ ਦੇ ਵਿੱਚ ਐਵੇਂ ਨਹੀਂ ਸੀਗਾ? ਨਹੀਂ, ਇਸ ਤਰ੍ਹਾਂ ਕੁਛ ਨਹੀਂ ਸੀਗਾ। ਇਹ 2015 ਦੇ ਵਿੱਚ ਜਦੋਂ ਮੈਂ ਇੱਕ ਕਿਤਾਬ ਪੜ੍ਹੀ ਸੀ, ਜੋਸ਼ੂਆ ਫਾਇਰ ਦੀ, ਬੁੱਕ ਦਾ ਨਾਂ ਸੀਗਾ ਮੂਨ ਵਾਕਿੰਗ ਵਿਦ ਆਈਨਸਟਾਈਨ। ਉਹ ਕਿਤਾਬ ਪੜ੍ਹਨ ਤੋਂ ਬਾਅਦ ਹੀ ਮੇਰਾ 2015 ਤੋਂ ਬਾਅਦ ਇੰਟਰਸਟ ਡਿਵੈਲਪ ਹੋਇਆ। ਉਸ ਤੋਂ ਪਹਿਲਾਂ ਮੇਰੀ ਵੀ ਮੈਮਰੀ ਆਰਡੀਨਰੀ ਸੀਗੀ। ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਮੈਂ 100% ਨੰਬਰ ਲੈ ਸਕਦਾ ਸੀ। ਅੱਜ ਵੀ ਮੈਂ KBC ਨੂੰ ਚੈਲੰਜ ਕੀਤਾ ਸੀਗਾ, ਮੇਰੇ ਨਿਊਜ਼ਪੇਪਰ 'ਚ ਵੀ ਆਇਆ ਸੀਗਾ ਕਿ ਜਾਂ ਤਾਂ ਮੈਂ ਪੂਰੇ ਪੈਸੇ ਲੈ ਕੇ ਜਾਵਾਂਗਾ ਜਾਂ ਕੋਈ ਪੈਸਾ ਨਹੀਂ ਲੈ ਕੇ ਜਾਵਾਂਗਾ। ਆਈ ਬਿਕੇਮ ਦ ਓਨਲੀ ਪਰਸਨ ਜਿਹਨੇ KBC ਨੂੰ, ਪਰ ਅੱਜ ਤੱਕ ਮੈਨੂੰ ਇਨਵਾਈਟ ਨਹੀਂ ਕੀਤਾ ਗਿਆ। ਮੈਂ ਗਿਆ ਨਹੀਂ, ਨਾ ਹੀ ਉੱਥੇ, ਪਰ ਪੇਪਰਾਂ 'ਚ ਸਾਰਿਆਂ 'ਚ ਛਪਿਆ ਸੀਗਾ ਕਿ ਵੀ ਇਹਨਾਂ ਨੇ ਚੈਲੰਜ ਕੀਤਾ। ਮੈਂ ਅੱਜ ਵੀ ਚੈਲੰਜ ਕਰਦਾ ਕਿ ਜੇ ਮੈਨੂੰ ਬੁਲਾਇਆ ਜਾਵੇ, ਮੈਨੂੰ 3 ਮਹੀਨੇ ਦਾ ਟਾਈਮ ਚਾਹੀਦਾ ਹੋਏਗਾ, ਤੇ ਜਾਂ ਤਾਂ ਮੈਂ ਪੂਰੇ ਪੈਸੇ ਲੈ ਕੇ ਆਵਾਂਗਾ ਉੱਥੋਂ, ਜਾਂ ਫਿਰ ਵਿੱਚੇ ਕੋਈ ਕੁਇਟ ਨਹੀਂ ਹੋਏਗਾ ਤੇ ਮੈਂ ਕੁਛ ਵੀ ਜਾਂ ਜ਼ੀਰੋ ਉਸ ਤਰ੍ਹਾਂ ਹੀ ਆ ਜਾਵਾਂਗਾ। ਇਹ ਮੇਰਾ ਚੈਲੰਜ ਅੱਜ ਵੀ ਸਟੈਂਡ ਕਰਦਾ। ਮੈਨੂੰ 3 ਮਹੀਨੇ ਦਾ ਟਾਈਮ ਚਾਹੀਦਾ ਹੋਏਗਾ ਉਹਦੇ ਵਾਸਤੇ। ਅੱਛਾ, ਮਤਲਬ ਕਿ ਤੁਸੀਂ KBC ਨੂੰ ਸਿੱਧਾ ਚੈਲੰਜ ਕਰ ਰਹੇ ਹੋ ਕਿ ਜਾਂ ਤਾਂ ਮੈਂ ਪੈਸੇ ਪੂਰੇ ਜਿੱਤ ਕੇ ਆਊਂਗਾ, ਨਹੀਂ ਤਾਂ ਕੁਝ ਨਹੀਂ ਜਿੱਤ ਕੇ ਕੁਛ ਨਹੀਂ ਜਿੱਤ ਕੇ, ਕਿਉਂਕਿ ਮੇਰੇ ਕੋਲ ਟੈਕਨੀਕਸ ਹੈਗੀਆਂ ਜਿਹਦੇ ਨਾਲ ਮੈਂ ਅਨਲਿਮਿਟਿਡ ਡਾਟਾ ਨੂੰ ਸਟੋਰ ਕਰ ਸਕਦਾ। ਪਰ ਮੈਂ ਐਫਰਟ ਤਾਂ ਹੀ ਕਰਾਂਗਾ ਜਦੋਂ ਮੈਨੂੰ ਕਨਫਰਮ ਹੋਵੇ, ਕਿਉਂਕਿ ਕਿਸੇ ਚੀਜ਼ ਨੂੰ ਜੇ ਐਫਰਟ ਕਰਨੀ ਹੈ, 3-4 ਮਹੀਨੇ ਲਾਣੇ ਆ, ਤੇ ਉਹਦੇ ਵਾਸਤੇ ਪਹਿਲਾਂ ਅਪਰੂਵ ਹੋਣਾ ਚਾਹੀਦਾ। ਮੈਂ ਕੋਈ ਵੀ ਰਿਕਾਰਡ ਬਣਾਉਣਾ, ਉਹਦੀ ਮਿਹਨਤ ਕਰਨ ਤੋਂ ਪਹਿਲਾਂ ਕੰਪਨੀ ਤੋਂ ਅਪਰੂਵ ਕਰਾਉਣਾ ਕਿ ਵੀ ਇਹ ਰਿਕਾਰਡ ਹੁਣ ਮੈਂ ਬਣਾ ਸਕਦਾ, ਫਿਰ ਉਹਨਾਂ ਦੀ ਅਪਰੂਵਲ ਆ ਜਾਂਦੀ, ਫਿਰ ਮੈਂ ਬਣਾਉਣਾ ਵਾ। ਇਹੀ ਚੀਜ਼ ਮੈਂ ਇੱਥੇ ਵੀ ਐਕਸਪੈਕਟ ਕਰਦਾ ਕਿ 3 ਮਹੀਨੇ ਮੈਨੂੰ ਮਿਲ ਜਾਣ ਤੇ ਕੰਪਨੀ ਮੈਨੂੰ ਕਹੇ ਕਿ ਯੈਸ ਵੀ ਵਿਲ ਇਨਵਾਈਟ ਯੂ, ਤੁਸੀਂ ਤਿਆਰੀ ਕਰਕੇ ਆ ਜਾਓ, ਤੇ ਮੈਂ ਕਰ ਸਕਦਾ KBC ਦੇ ਵਿੱਚ ਬੜੇ ਆਰਾਮ ਨਾਲ। ਠੀਕ ਹੈ, ਸ਼ੁਕਰੀਆ। ਤਾਂ ਕੁੰਵਰ ਰਾਜੀਵ ਸਾਡੇ ਨਾਲ ਸੀਗੇ, ਜਿਨ੍ਹਾਂ ਦੇ ਨਾਲ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਪਸੰਦ ਆਈ ਹੈ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਜੋ ਅਜਿਹੀ ਵੀਡੀਓ ਨੂੰ ਦੇਖਣਾ ਚਾਹੁੰਦੇ ਨੇ। ਕੈਮਰਾ ਪਰਸਨ ਅਨਿਕੇਤ ਦੇ ਨਾਲ ਰਾਜੂ ਗੁਪਤਾ, ਪੰਜਾਬ ਟੂਡੇ 24 ਜਲੰਧਰ।